ਬਚਿੰਤ ਕੌਰ ਦੀ ਸਵੈ ਜੀਵਨੀ ਪਗਡੰਡੀਆਂ ਦਾ ਭਾਗ ਮਾਰੂਥਲ ਦੀਆਂ ਪੈੜਾਂ ਦਾ ਦੂਸਰਾ ਹਿੱਸਾ। ਟੈਸਟ ICAR ਦੀ ਬਿਲਡਿੰਗ ਕ੍ਰਿਸ਼ੀ ਭਵਨ 'ਚ ਹੀ ਹੋਣਾ ਸੀ। ਟੈਸਟ ਦੇਣ ਲਈ ਜਦੋਂ ਮੈਂ ICAR ਗਈ ਤਾਂ ਦੇਖਿਆ ਉੱਤੇ ਤੀਸਰੀ ਮੰਜ਼ਿਲ ਉੱਤੇ ਮਿਸਟਰ ਖੁੱਲਰ ਖੜ੍ਹਾ ਸੀ। ਇਹ ਇੱਥੇ? ਮੈਨੂੰ ਨਹੀਂ ਸੀ ਪਤਾ ਕਿ ਮਿਲਕ ਸਕੀਮ ਵਿੱਚ ਉਹ ਬਦਲ ਕੇ ਇੱਥੇ ਆ ਗਿਆ ਸੀ ਜਾਂ ਫਿਰ ਮਿਲਕ ਸਕੀਮ ਦਾ ਹੀ ਸਟਾਫ ਇੱਥੇ ਆ ਗਿਆ ਸੀ। ਮੈਂ ਬਹੁਤ ਘਬਰਾ ਗਈ, ਕਿਤੇ ਇਹਦੇ ਅਧੀਨ ਹੀ ਟੈਸਟ ਨਾ ਦੇਣਾ ਹੋਵੇ, ਉਹ ਤਾਂ ਮੈਨੂੰ ਕਦੇ ਪਾਸ ਨਹੀਂ ਹੋਣ ਦੇਵੇਗਾ। ਡਰਦੀ ਡਰਦੀ ਮੈਂ ਟੈਸਟ ਵਾਲੇ ਕਮਰੇ 'ਚ ਗਈ। 2 ਟੁੱਟੀਆਂ ਜਿਹੀਆਂ ਹੈਂਡ ਪੰਚਿੰਗ ਮਸ਼ੀਨਾਂ ਟੈਸਟ ਵਾਸਤੇ ਉੱਥੇ ਪਈਆਂ ਸਨ ਅਤੇ 2 ਬੰਦੇ ਅੰਦਰ ਸਨ ਜੋ ਸਾਡਾ ਐਮਪਲੋਇਮੈਂਟ ਤੋਂ ਆਈਆਂ ਕੁੜੀਆਂ ਦਾ ਟੈਸਟ ਲੈ ਰਹੇ ਸਨ। 1 ਘੰਟੇ ਦਾ ਟੈਸਟ ਸੀ। ਮਸ਼ੀਨ ਉੱਤੇ ਚੱਲਦੀਆਂ ਉਂਗਲਾਂ ਦੇ ਨਾਲ ਨਾਲ ਮੇਰੇ ਦਿਲ ਨੂੰ ਖੁੱਲਰ ਦਾ ਖੌਫ ਖਾਈ ਜਾ ਰਿਹਾ ਸੀ। ਪਰ ਪੂਰੇ ਟੈਸਟ ਤੱਕ ਖੁੱਲਰ ਉੱਥੇ ਕਿਧਰੇ ਨਜ਼ਰ ਨਹੀਂ ਸੀ ਆਇਆ। ਟੈਸਟ ਦੇ ਕੇ ਮੈਂ ਘਰ ਆ ਗਈ। ਹਫ਼ਤੇ ਪਿੱਛੋਂ ਟੈਸਟ ਦਾ ਰਿਜ਼ਲਟ ਪੁੱਛਣ ਦਰਿਆਗੰਜ ਇੰਪਲਾਇਮੈਂਟ ਗਈ ਤਾਂ ਮੇਰਾ ਨਾਂ ਪਾਸ ਕੈਂਡੀਡੇਟਸ ਦੀ ਲਿਸਟ ਵਿੱਚ ਪਹਿਲੇ ਨੰਬਰ ਉੱਤੇ ਸੀ। ਖੁਸ਼ੀ ਨਾਲ ਭਰੀ ਮੈਂ ਘਰ ਮੁੜੀ ਅਤੇ ਬੱਚਿਆਂ ਨੂੰ ਚੁੰਮਿਆ, ਪੁਚਕਾਰਿਆ। ਮਾਂ ਜੀ ਦੇ ਮੰਜੇ 'ਤੇ ਬੈਠ ਉਹਦੇ ਮੂੰਹ 'ਚ ਦਾਲ ਵਿੱਚ ਭਿੱਜੀ ਰੋਟੀ ਦੀਆਂ ਬੁਰਕੀਆਂ ਪਾਈਆਂ। ਸ਼ਾਮੀ ਆਪਣੇ ਪਤੀ ਨੂੰ ਟੈਸਟ 'ਚੋਂ ਪਾਸ ਹੋਣ ਬਾਰੇ ਦੱਸਿਆ ਅਤੇ ਮੋਰਨਿੰਗ ਵਾਕ ਸਮੇਂ ਵੀਰ ਧਨੀ ਰਾਮ ਦੇ ਆਉਣ ਦੀ ਉਡੀਕ ਕਰਨ ਲੱਗੀ ਕਿ ਕਦੋਂ ਆਵੇ ਅਤੇ ਕਦੋਂ ਮੈਂ ਉਹਨੂੰ ਇਹ ਖੁਸ਼ਖਬਰੀ ਸੁਣਾਵਾਂ। ਅਗਲੀ ਸਵੇਰ ਜਦੋਂ 6 ਵਜੇ ਸੱਚਮੁੱਚ ਮੋਰਨਿੰਗ ਵਾਕ ਤੋਂ ਮੁੜਦਾ ਹੋਇਆ ਸਾਡੇ ਘਰ ਆਇਆ, ਮੈਂ ਉਹਨੂੰ ਟੈਸਟ ਪਾਸ ਕਰਨ ਦੀ ਖਬਰ ਸੁਣਾਈ। ਇਹ ਖਬਰ ਸੁਣਦਿਆਂ ਸਾਰ ਉਹਦਾ ਚਿਹਰਾ ਪਲ ਭਰ 'ਚ ਗੁਲਾਬੀ ਜਿਹਾ ਹੋ ਗਿਆ। ਬਚਿੰਤ, ਅੱਜ ਮੈਂ ਚਾਹ ਦਾ ਕੱਪ ਤੁਹਾਡੇ ਘਰੋਂ ਹੀ ਪੀ ਕੇ ਜਾਵਾਂਗਾ। ਉਹਦੀ ਖੁਸ਼ੀ ਦੀ ਜਿਵੇਂ ਕੋਈ ਹੱਦ ਨਹੀਂ ਸੀ। ਚਾਹ ਪੀਂਦਿਆਂ ਮੈਂ ਦੇਖਿਆ ਸਾਡੇ ਘਰ ਦੇ ਇੱਕ ਕੋਨੇ 'ਚ ਜਿਵੇਂ ਖੁਸ਼ਬੂ ਜਿਹੀ ਭਰ ਗਈ ਸੀ। ਸੱਚਮੁੱਚ ਕੇਅਰ ਟੇਕਰ ਵੀਰ ਦੇ ਲਿਆ ਕੇ ਦਿੱਤੇ ਸੋਇਆਬੀਨ ਦੇ ਬੀਜਾਂ ਦੀਆਂ ਫਲੀਆਂ ਦੀ ਵੇਲ ਨੂੰ ਅੱਜ ਪਹਿਲਾ ਫੁੱਲ ਲਾਇਆ ਸੀ। ਇਹ ਉਹਦੀ ਖੁਸ਼ਬੂ ਸੀ। ਮੈਂ ਆਪਣੀ ਨੌਕਰੀ ਦੇ ਨਾਲ ਨਾਲ ਆਪਣੀ ਨਣਦ ਲਈ ਵੀ ਲਗਾਤਾਰ ਸੋਚ ਰਹੀ ਸੀ। ਵਿਆਹ ਉਹਦਾ ਹੋ ਨਹੀਂ ਸੀ ਸਕਦਾ। ਉਸ ਵਿੱਚ ਕੋਈ ਜਨਾਨਾ ਨੁਕਸ ਸੀ। ਉਸ ਲਈ ਨੌਕਰੀ ਦਾ ਹੋਣਾ ਮੇਰੇ ਨਾਲੋਂ ਵੀ ਵੱਧ ਜ਼ਰੂਰੀ ਸੀ। ਇਹ ਸਮੱਸਿਆ ਵੀ ਉਸ ਕੇਅਰ ਟੇਕਰ ਵੀਰ ਨੇ ਸੁਲਝਾਈ। ਮੇਰੀ ਨਣਦ ਨੂੰ ਉਹਨੇ ਬੜੀ ਸਿਫਾਰਿਸ਼ ਨਾਲ ਜੈਪੁਰ ਸ਼ਹਿਰ ਦੇ ਇੱਕ ਸਵਾਈ ਮਾਨ ਸਿੰਘ ਹਸਪਤਾਲ 'ਚ ਨਰਸਿੰਗ ਦੀ ਟ੍ਰੇਨਿੰਗ ਲਈ ਭਿਜਵਾ ਦਿੱਤਾ, ਜੋ 3 ਸਾਲ ਦੀ ਟ੍ਰੇਨਿੰਗ ਸੀ। ਉਸ ਪਿੱਛੋਂ ਚਾਹੇ ਦਿੱਲੀ ਨੌਕਰੀ ਕਰੇ ਚਾਹੇ ਜੈਪੁਰ। ਸੋ ਇਹ ਬਹੁਤ ਵੱਡੀ ਸਮੱਸਿਆ ਧਨੀ ਰਾਮ ਵੀਰ ਨੇ ਸਾਡੀ ਹੱਲ ਕਰ ਦਿੱਤੀ। ਉਹ ਜਦੋਂ ਵੀ ਮੋਰਨਿੰਗ ਵਾਕ ਤੋਂ ਮੁੜਦਾ ਸਾਡੇ ਘਰ ਆਉਂਦਾ, ਸਦਾ ਸਾਡੇ ਘਰ 'ਚ ਖੁਸ਼ੀਆਂ ਭਰ ਕੇ ਮੁੜਦਾ। ਪਤਾ ਨਹੀਂ ਉਹ ਆਦਮੀ ਸੀ ਜਾਂ ਕੋਈ ਫਰਿਸ਼ਤਾ ਜੋ ਸਾਡੇ ਘਰ ਦੇ ਸਾਰੇ ਦੁੱਖ ਹਰ ਲੈਂਦਾ ਅਤੇ ਸਾਡੇ ਜੀਵਨ 'ਚ ਇੱਕ ਨਵੀਂ ਉਮੰਗ ਭਰਦਾ। ਨਵੀਂ ਲੋਚਾ, ਨਵੀਂ ਸੱਦਰ ਸਾਡੇ ਹਰ ਇੱਕ ਦੇ ਦਿਲ 'ਚ ਇਉਂ ਭਰ ਦਿੰਦਾ ਜਿਵੇਂ ਉਹ ਸਿਰਫ ਦਫ਼ਤਰ ਦਾ ਹੀ ਕੇਅਰ ਟੇਕਰ ਨਾ ਹੋ ਕੇ ਸਗੋਂ ਸਾਡੇ ਸਾਰੇ ਪਰਿਵਾਰ ਦੇ ਦੁੱਖ ਦੂਰ ਕਰਨ ਲਈ ਵੀ ਕੇਅਰ ਟੇਕਰ ਬਣਿਆ ਹੋਇਆ ਸੀ। ਉਹ ਮਨੁੱਖ ਨਹੀਂ, ਮੇਰੇ ਲਈ ਤਾਂ ਉਹ ਸਦਾ ਦੇਵਤਾ ਬਣ ਕੇ ਆਉਂਦਾ ਰਿਹਾ ਸੀ। ਅਗਲੀ ਰਾਤ ਮੈਨੂੰ ਅਜੀਬ ਜਿਹਾ ਸੁਪਨਾ ਆਇਆ ਅਤੇ ਮੈਂ ਦੇਖਿਆ ਸਾਡੇ ਬੂਹੇ ਅੱਗੇ ਉੱਗੀ ਵੇਲ ਨੂੰ ਇੱਕ ਗਊ ਨੇ ਐਸਾ ਮੂੰਹ ਮਾਰਿਆ ਕਿ ਸਾਰੀ ਵੇਲ ਕੰਧ ਉੱਤੇ ਚੜ੍ਹੀ ਚੜ੍ਹਾਈ ਧੁਰੋਂ ਉਖੜ ਕੇ ਹੇਠਾਂ ਜ਼ਮੀਨ 'ਤੇ ਆ ਡਿੱਗੀ। ਮੈਨੂੰ ਉਸ ਸੁਪਨੇ ਨੇ ਕੰਬਾ ਦਿੱਤਾ ਸੀ, ਪਰ ਇਹਦਾ ਕੋਈ ਵੀ ਅਰਥ ਮੈਨੂੰ ਸਮਝ ਨਾ ਆਇਆ। ਅਗਲੀ ਸਵੇਰ ਧਨੀ ਰਾਮ ਵੀਰ ਫਿਰ ਮੋਰਨਿੰਗ ਵਾਕ ਤੋਂ ਮੁੜਦਾ ਹੋਇਆ ਜਦੋਂ ਸਾਡੇ ਘਰ ਆਇਆ ਤਾਂ ਉਹਨੇ ਇੱਕ ਅਫਸੋਸ ਭਰੀ ਗੱਲ ਦੱਸੀ। ਬਚਿੰਤ, ਬਹੁਤ ਸਾਰੇ ਕੈਂਡੀਡੇਟਸ ਦੀ ਲਿਸਟ ਇੰਪਲਾਇਮੈਂਟ ਤੋਂ ਆ ਗਈ ਹੈ ਟੈਸਟ ਲਈ, ਪਰ ਉਸ 'ਚ ਤੁਹਾਡਾ ਨਾਂ ਨਹੀਂ। ਟੈਸਟ ਤਾਂ ਮੈਂ ਪਾਸ ਕਰ ਲਿਆ ਸੀ। ਸ਼ਾਇਦ ਸਾਡੇ ਦਫ਼ਤਰ ਨੂੰ ਸਾਰੇ ਨਾਂ ਭੇਜਣ ਤੋਂ ਪਿੱਛੇ ਹੀ ਤੁਹਾਡਾ ਨਾਂ ਇੰਪਲਾਇਮੈਂਟ ਪਹੁੰਚਿਆ ਹੋਵੇ। ਖੈਰ, ਤੁਸੀਂ ਚਿੰਤਾ ਨਾ ਕਰਨਾ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਨਾਂ ਡਿਪਾਰਟਮੈਂਟਲ ਕੈਂਡੀਡੇਟ ਦੇ ਤੌਰ 'ਤੇ ਟੈਸਟ 'ਚ ਸ਼ਾਮਲ ਕਰ ਲਿਆ ਜਾਏ। ਟੈਸਟ ਪਾਸ ਕਰਨ ਦਾ ਸਰਟੀਫਿਕੇਟ ਤਾਂ ਤੁਹਾਡੇ ਕੋਲ ਹੈ ਹੀ, ਇੰਪਲਾਇਮੈਂਟ ਕਾਰਡ ਵੀ। ਵੀਰ ਜੀ, ਜਿਵੇਂ ਤੁਸੀਂ ਠੀਕ ਸਮਝੋ। ਉਹਨੇ ਆਪੇ ਐਪਲੀਕੇਸ਼ਨ ਲਿਖੀ, ਆਪੇ ਅੱਗੇ ਭੇਜਤੀ। ਬਸ ਮੈਥੋਂ ਤਾਂ ਸਿਰਫ ਦਸਖਤ ਹੀ ਕਰਵਾਏ ਸੀ। ਅੱਗੇ ਉਹ ਜਾਣੇ ਉਹਦਾ ਕੰਮ। ਅੰਤ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਮੈਨੂੰ ਕਾਲ ਆ ਗਈ ਅਤੇ ਮੈਂ ਦਫ਼ਤਰ ਦੇ ਟੈਸਟ ਅਤੇ ਇੰਟਰਵਿਊ ਦੋਹਾਂ 'ਚੋਂ ਪਾਸ ਹੋ ਗਈ। ਉਸ ਵੇਲੇ ਅਸੀਂ ਇੱਕੋ ਟੈਸਟ ਵਿੱਚ 58 ਲੜਕੀਆਂ ਨੌਕਰੀ ਲਈ ਸਿਲੈਕਟ ਹੋਈਆਂ ਸੀ। ਮੈਥੋਂ ਪਹਿਲੀਆਂ ਸਾਰੀਆਂ ਹੀ ਤਕਰੀਬਨ 3 ਮਹੀਨੇ ਦੇ ਅੰਦਰ ਅੰਦਰ ਜੁਆਇਨ ਕਰ ਗਈਆਂ ਸਨ। ਜਿਸ ਦਿਨ ਮੈਨੂੰ ਜੁਆਇਨਿੰਗ ਲੈਟਰ ਮਿਲਿਆ, ਮੇਰੇ ਦਿਲ ਦੇ ਕੋਨੇ-ਕੋਨੇ 'ਚ ਖੁਸ਼ੀ ਦੀ ਇੱਕ ਲਹਿਰ ਦੌੜ ਗਈ। ਮੰਜੇ ਉੱਤੇ ਮਾਂ ਜੀ ਨੇ ਲੱਡੂ ਖਾਣ ਦੀ ਫਰਮਾਇਸ਼ ਕੀਤੀ। ਬੱਚਿਆਂ ਨੂੰ ਮਠਿਆਈ ਖਾਣ ਦੀ ਖੁਸ਼ੀ ਸੀ।
ਅਗਲੀ ਸਵੇਰ ਧਨੀ ਰਾਮ ਜੀ ਸੁਬਾਹ ਸਵੇਰੇ ਸਾਡੀ ਝੌਂਪੜੀ 'ਚ ਆਏ ਤੇ ਦੱਸਿਆ ਕਿ ਮੈਂ 12 ਵਜੇ ਤੋਂ ਪਹਿਲਾਂ ਜੁਆਇਨ ਕਰ ਲਵਾਂ ਤੇ ਬ੍ਰਾਈਟਵੇਜ਼ ਵਾਲਿਆਂ ਨੂੰ ਟੈਲੀਫੋਨ ਉੱਤੇ ਹੀ ਦੱਸ ਦੇਵਾਂ ਕਿ ਮੈਂ ਹੁਣ ਉੱਥੋਂ ਪੱਕਾ ਰਿਜ਼ਾਈਨ ਕਰਨਾ। ਸੋ ਅਗਲੀ ਸਵੇਰ ਮੈਂ ਖੁਸ਼ੀ-ਖੁਸ਼ੀ ਬੱਚਿਆਂ ਨੂੰ ਸਕੂਲ ਤੋਰਿਆ। ਮਾਂ ਜੀ ਨੂੰ ਰੋਟੀ ਖਵਾ ਕੇ ਚਿੱਟੀ ਸਲਵਾਰ, ਗੂੜੇ ਨੀਲੇ ਰੰਗ ਦੀ ਪ੍ਰਿੰਟਡ ਕਮੀਜ਼ ਪਹਿਨੀ ਤੇ ਨਾਲ ਜਾਲੀ ਦੀ ਕੱਢੀ ਸਫੈਦ ਚੁੰਨੀ ਲਈ ਬੜੀ ਚੰਗੀ ਤਰ੍ਹਾਂ ਸੱਜ ਸੰਵਰ ਕੇ ਮੈਂ ਪਹਿਲੇ ਦਿਨ ਦਫ਼ਤਰ ਜੁਆਇਨ ਕਰਨ ਲਈ ਗਈ। ਉਸ ਦਿਨ ਮੈਂ ਬਹੁਤ ਖੁਸ਼ ਸੀ ਤੇ ਧਨੀ ਰਾਮ ਜੀ ਮੇਰੇ ਨਾਲੋਂ ਵੀ ਵੱਧ ਖੁਸ਼ ਨਜ਼ਰ ਆ ਰਹੇ ਸਨ। ਉਹਨਾਂ ਜਾਂਦਿਆਂ ਹੀ ਮੈਨੂੰ ਐਡਮਿਨਿਸਟ੍ਰੇਸ਼ਨ ਵਾਲੇ ਸੈਕਸ਼ਨ 'ਚ ਉਸ ਬੰਦੇ ਕੋਲ ਬਿਠਾ ਦਿੱਤਾ ਜਿਹਨੇ ਮੈਨੂੰ ਜੁਆਇਨ ਕਰਵਾਉਣਾ ਸੀ ਤੇ ਸਹੁੰ ਚੁਕਾਉਣੀ ਸੀ। ਮੇਰੇ ਸਾਰੇ ਕਾਗਜ਼ ਦੇਖਦਿਆਂ ਸਹੁੰ ਚੁਕਾਉਣ ਵਾਲੇ ਬੰਦੇ ਦੇ ਮੱਥੇ ਉੱਤੇ ਇੱਕ ਅਫਸੋਸ ਭਰੀ ਤਿਉੜੀ ਉੱਭਰੀ ਤੇ ਉਹ ਝੱਟ ਉੱਥੋਂ ਉਤਰ ਕੇ ਮੇਰੇ ਸਾਰੇ ਆਪੇ ਨੂੰ ਕੰਬਾ ਗਈ। ਮੈਡਮ, ਤੁਸੀਂ ਜੁਆਇਨ ਨਹੀਂ ਕਰ ਸਕਦੇ। ਆਈ ਐਮ ਵੈਰੀ ਸੌਰੀ। ਕਿਉਂ? ਕਿਉਂਕਿ ਜਦੋਂ ਤੁਸੀਂ ਇਸ ਨੌਕਰੀ ਲਈ ਅਪਲਾਈ ਕੀਤਾ ਸੀ ਤੁਸੀਂ ਇੱਥੋਂ ਜਾ ਚੁੱਕੇ ਸੀ। ਤੁਹਾਡਾ ਨਾਂ ਐਮਪਲਾਇਮੈਂਟ ਐਕਸਚੇਂਜ ਤੋਂ ਨਹੀਂ ਆਇਆ, ਇਸ ਕਰਕੇ ਤੁਸੀਂ ਜੁਆਇਨ ਨਹੀਂ ਕਰ ਸਕਦੇ। ਉਸ ਕਲਰਕ ਦੀ ਗੱਲ ਸੁਣਦਿਆਂ ਸਾਰ ਮੇਰਾ ਚਿਹਰਾ ਪੀਲਾ ਜ਼ਰਦ ਪੈ ਗਿਆ। ਮੈਂ ਭੱਜੀ ਧਨੀ ਰਾਮ ਵੀਰ ਕੋਲ ਗਈ ਤੇ ਸਾਰੀ ਗੱਲ ਦੱਸੀ। ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨੇ ਬਹੁਤ ਭੱਜ ਨੱਸ ਕੀਤੀ, ਕਈ ਅਫਸਰਾਂ ਨੂੰ ਮਿਲਿਆ, ਪਰ ਉਹਦੇ ਲੱਖ ਕੋਸ਼ਿਸ਼ ਕਰਨ ਉੱਤੇ ਵੀ ਮੈਂ ਜੁਆਇਨ ਨਾ ਕਰ ਸਕੀ। ਉਹਨੇ ਬੜੇ ਕਾਇਦੇ ਕਾਨੂੰਨ ਉਸ ਜੁਆਇਨ ਕਰਾਉਣ ਵਾਲੇ ਬੰਦੇ ਨੂੰ ਦੱਸੇ, ਪਰ ਸਭ ਅਜਾਈਂ ਗਏ। ਮੈਂ ਧੁਰ ਸਿਖਰਲੇ ਡੰਡੇ ਉੱਤੋਂ ਮੁੜ ਪੁੰਜੇ ਜ਼ਮੀਨ 'ਤੇ ਆ ਡਿੱਗੀ। ਹੁਣ ਮੈਂ ਕਦੇ ਸਫਲਤਾ ਦੀ ਪੌੜੀ ਨਹੀਂ ਚੜ੍ਹ ਸਕਾਂਗੀ। ਮੈਂ ਬੇਹੱਦ ਪਰੇਸ਼ਾਨ ਤੇ ਉਦਾਸ ਸੀ, ਪਰ ਮੈਥੋਂ ਵੀ ਜ਼ਿਆਦਾ ਪਰੇਸ਼ਾਨ ਸੀ ਧਨੀ ਰਾਮ ਵੀਰ, ਜਿਹਨੇ ਕਦਮ ਉੱਤੇ ਮੇਰੀ ਸਹਾਇਤਾ ਕੀਤੀ ਸੀ ਤੇ ਉਹਦੀ ਸੇਧ ਤੇ ਹਿੰਮਤ ਸਦਕਾ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੀ ਸੀ। ਪਰ ਹੁਣ ਆਖਰੀ ਡੰਡੇ ਤੋਂ ਮੇਰਾ ਐਸਾ ਪੈਰ ਤਿਲਕਿਆ ਕਿ ਮੇਰੀ ਰੀੜ੍ਹ ਦੀ ਹੱਡੀ ਟੁੱਟ ਕੇ ਰਹਿ ਗਈ। ਕਿਸੇ ਡਿਪੂ ਮੈਨੇਜਰ, ਫਿਰ ਡਿਪੂ ਅਸਿਸਟੈਂਟ, ਟੈਲੀਫੋਨ ਆਪਰੇਟਰ, ਸੇਲਸ ਗਰਲ ਤੇ ਸੇਲਰ ਰਿਪਰੈਜ਼ੈਂਟੇਟਿਵ ਤੇ ਹੁਣ ਕਿੰਨੀ ਜੱਦੋਜਹਿਦ ਨਾਲ ਮੈਂ ਟ੍ਰੇਨਿੰਗ ਕੀਤੀ ਸੀ। ਕੀ ਪੰਚ ਆਪਰੇਟਰ ਦੀ ਤੇ ਕਈ ਟੈਸਟ ਪਾਸ ਕਰਨ ਪਿੱਛੋਂ ਇੰਟਰਵਿਊ। ਹੁਣ ਸਭ ਕੁਝ ਮੈਥੋਂ ਮੁੱਢੋਂ ਕਦੇ ਨਹੀਂ ਹੋਣਾ। ਮੈਂ ਧੁਰ ਅੰਦਰੋਂ ਟੁੱਟ ਗਈ। ਹੁਣ ਤੀਜੀ ਵਾਰ ਮੈਂ ਬ੍ਰਾਈਟਵੇਜ਼ ਵਾਲਿਆਂ ਕੋਲ ਕਿਹੜਾ ਮੂੰਹ ਲੈ ਕੇ ਜਾਵਾਂਗੀ। ਘਰ ਆ ਕੇ ਮੇਰਾ ਚਿੱਤ ਕੀਤਾ ਮੈਂ ਕੁਝ ਖਾ ਕੇ ਮਰ ਜਾਵਾਂ ਜਾਂ ਫਿਰ ਬੱਚਿਆਂ ਸਮੇਤ ਕਿਸੇ ਖੂਹ ਖਾਤੇ 'ਚ ਛਲਾਂਗ ਲਗਾ ਦੇਵਾਂ। ਪਰ ਬਿਮਾਰ ਮਾਂ ਜੀ ਦਾ ਕੀ ਕਰਾਂ। ਉਸ ਦਿਨ ਮੈਂ ਸਾਰੀ ਰਾਤ ਆਪਣੀ ਝੌਂਪੜੀ ਦੇ ਬਾਹਰ ਵਾਣ ਦੇ ਮੰਜੇ 'ਤੇ ਪਈ ਤਾਰੇ ਗਿਣਦੀ ਰਹੀ। ਮੇਰੇ ਮਨ 'ਚ ਕਈ ਤਰ੍ਹਾਂ ਦੇ ਭੈੜੇ ਵਿਚਾਰ ਗਹਿਰੇ ਭੰਵਰਾਂ ਵਾਂਗ ਉੱਠਦੇ ਰਹੇ। ਸਵੇਰ ਸਾਰ ਮੁਰਗੇ ਨੇ ਬਾਂਗ ਦਿੱਤੀ ਤੇ ਮੈਂ ਮੂੰਹ 'ਤੇ ਪਾਣੀ ਦੇ ਛਿੱਟੇ ਮਾਰ ਝੌਂਪੜੀਆਂ ਦੇ ਕੋਲ ਇੱਕ ਬਣੇ ਨਾਨਕ ਦਰਬਾਰ ਗੁਰਦੁਆਰੇ ਚਲੀ ਗਈ। ਸ਼ਾਇਦ ਮੇਰੇ ਮਨ ਨੂੰ ਸ਼ਾਂਤੀ ਮਿਲੇ। ਸੁਖਮਨੀ ਸਾਹਿਬ ਦਾ ਭੋਗ ਪੈ ਚੁੱਕਿਆ ਸੀ, ਪਰ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ ਜੋ ਗੁਰਬਾਣੀ ਸੁਣਦੀ। ਮੇਰੇ ਕੰਨਾਂ 'ਚ ਇੱਕ ਤੁਕ ਵੀ ਨਹੀਂ ਸੀ ਪਈ। ਮੈਂ ਤਾਂ ਆਪਣੀਆਂ ਸੋਚਾਂ ਵਿੱਚ ਹੀ ਕਿਧਰੇ ਡੁੱਬੀ ਹੋਈ ਗੋਤੇ ਖਾ ਰਹੀ ਸੀ। ਜਦੋਂ ਭਾਈ ਜੀ ਨੇ ਮੈਨੂੰ ਉੱਥੇ ਬੈਠਿਆਂ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ ਤਾਂ ਮੈਨੂੰ ਪਤਾ ਚੱਲਿਆ ਕਿ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੋ ਚੁੱਕੀ ਹੈ। ਜਿਵੇਂ ਉਦਾਸ ਚਿੱਤ ਲੈ ਕੇ ਗੁਰਦੁਆਰੇ ਗਈ ਸੀ, ਉਵੇਂ ਹੀ ਉਦਾਸੀ ਭਰੇ ਮਨ ਨਾਲ ਮੈਂ ਘਰ ਮੁੜ ਆਈ। ਘਰ ਆ ਕੇ ਦੇਖਿਆ ਧਨੀ ਰਾਮ ਵੀਰ ਪਹਿਲਾਂ ਹੀ ਉੱਥੇ ਬੈਠਾ ਸੀ। ਉਹਨੂੰ ਦੇਖਦਿਆਂ ਸਾਰ ਮੈਂ ਭੁੱਬਾਂ ਮਾਰ ਰੋਈ। ਰੋਣ ਦੀ ਕੀ ਗੱਲ ਹੈ? ਦੇਖੋ, ਕਰਮ ਕਰਨਾ ਬੰਦੇ ਦਾ ਫਰਜ਼ ਹੈ, ਫਲ ਦੇਣਾ ਉਹਦੀ ਇੱਛਾ। ਕਰਮ ਕਰੀ ਜਾਓ, ਇਹੀ ਗੀਤਾ ਦਾ ਗਿਆਨ ਹੈ। ਪਰ ਮੈਂ ਤਾਂ ਹੁਣ ਟੁੱਟ ਚੁੱਕੀ ਹਾਂ ਵੀਰ ਜੀ। ਇਹ ਤੋਂ ਅੱਗੇ ਮੈਥੋਂ ਕੁਛ ਨਹੀਂ ਹੋਣਾ। ਤੁਸੀਂ ਹੌਸਲਾ ਰੱਖੋ। ਅਗਲੇ ਸਾਲ ਹੋਰ 20 ਪੱਕੀਆਂ ਵੈਕੈਂਸੀਆਂ ਨਿਕਲਣਗੀਆਂ, ਫਿਰ ਕੋਸ਼ਿਸ਼ ਕਰਾਂਗੇ। ਇਹ ਸਾਡੀ ਗਲਤੀ ਹੋ ਗਈ। ਸਾਨੂੰ ਕਿਵੇਂ ਨਾ ਕਿਵੇਂ ਤੁਹਾਡਾ ਨਾਂ ਐਮਪਲਾਇਮੈਂਟ ਦੀ ਲਿਸਟ ਵਿੱਚ ਐਡ ਕਰਾਉਣਾ ਚਾਹੀਦਾ ਸੀ। ਮੇਰੀ ਗਲਤੀ ਨਾਲ ਇਹ ਸਭ ਕੁਝ ਹੋਇਆ। ਮੈਨੂੰ ਇੰਨੇ ਕਾਨੂੰਨ ਨਹੀਂ ਸੀ ਪਤਾ। ਧਨੀ ਰਾਮ ਜੀ ਨੇ ਸਾਰੀ ਗੱਲ ਆਪਣੇ ਸਿਰ ਲੈ ਲਈ ਤੇ ਮੈਨੂੰ ਸਮਝਾਇਆ ਕਿ ਪ੍ਰਾਈਵੇਟ ਨੌਕਰੀਆਂ ਤਾਂ ਬਹੁਤ ਨਿਕਲਦੀਆਂ। ਸੇਲਸ ਗਰਲ ਦੀ ਨਾ ਸੀ ਤਾਂ ਟੈਲੀਫੋਨ ਆਪਰੇਟਰ ਦੀ ਜੌਬ ਤੁਹਾਨੂੰ ਕਿਧਰੇ ਨਾ ਕਿਧਰੇ ਜ਼ਰੂਰ ਮਿਲ ਜਾਏਗੀ। ਤੁਸੀਂ ਪਹਿਲਾਂ ਅੱਜ ਦਫ਼ਤਰ ਆ ਕੇ ਇੱਕ ਕੰਮ ਕਰੋ, AO ਕੋਲੋਂ ਐਕਸਪੀਰੀਅੰਸ ਸਰਟੀਫਿਕੇਟ ਲੈ ਲਓ ਟੈਲੀਫੋਨ ਆਪਰੇਟਰ ਦੀ ਜੌਬ ਦਾ ਜੋ ਤੁਸੀਂ ਕੀਤੀ ਹੈ। ਮੈਂ ਅਖਬਾਰ ਦੇਖਦਾ ਰਹਾਂਗਾ। ਤੁਹਾਡੇ ਕੋਲ ਕਾਬਲੀਅਤ ਹੈ, ਧੀਰਜ ਰੱਖੋ। ਪ੍ਰਾਈਵੇਟ ਨੌਕਰੀਆਂ ਦਾ ਕੋਈ ਘਾਟਾ ਨਹੀਂ। ਜੀ ਥੋੜ੍ਹਾ ਨਾ ਕਰੋ। ਆਪਾਂ ਨੂੰ ਨਹੀਂ ਪਤਾ, ਪਰ ਇਸ ਗੱਲ 'ਚ ਜ਼ਰੂਰ ਕੋਈ ਭਲਾਈ ਹੀ ਹੋਏਗੀ। ਖਾਕ ਭਲਾਈ ਹੋਏਗੀ। ਬੱਚੇ ਭੁੱਖੇ ਰਹਿਣਗੇ, ਮਾਂ ਜੀ ਦਵਾਈ ਖੁਣੋਂ ਮਰ ਜਾਏਗੀ। ਨਹੀਂ, ਹੌਸਲਾ ਰੱਖੋ, ਸਭ ਠੀਕ ਹੋ ਜਾਏਗਾ। ਰੋਣਾ ਨਹੀਂ। ਮੈਂ ਪਹਿਲਾਂ ਸੰਡੇ ਦੀ ਅਖਬਾਰ ਅੱਜ ਹੀ ਜਾ ਕੇ ਵੇਖਦਾ, ਸ਼ਾਮੀ ਤੁਹਾਨੂੰ ਦੱਸਾਂਗਾ ਜੇ ਕੋਈ ਵੈਕੈਂਸੀ ਕਿਧਰੇ ਹੋਈ।
ਧਨੀ ਰਾਮ ਵੀਰ ਮੈਨੂੰ ਦਿਲਾਸਾ ਦੇ ਕੇ ਉਦਾਸ ਜਿਹੇ ਚਿਹਰੇ ਨਾਲ ਆਪਣੇ ਘਰ ਮੁੜ ਗਿਆ ਤੇ ਉਸ ਦਿਨ ਮੈਂ ਗੜਵੀ ਪਾਣੀ ਦੀ ਭਰ ਕੇ ਬਾਹਰ ਬਸਤੀ ਤੋਂ ਦੂਰ ਜਾ ਕੇ ਪੱਥਰਾਂ ਨਾਲ ਸਿਰ ਮਾਰ-ਮਾਰ ਖੂਬ ਰੋਈ ਤੇ ਆਪਣੀ ਕਿਸਮਤ ਨੂੰ ਕੋਸਦੀ ਰਹੀ। ਪੱਥਰਾਂ ਉੱਤੇ ਬੈਠੀ ਹੇਠਾਂ ਸੜਕ ਉੱਤੇ ਚੱਲਦੇ ਲੋਕਾਂ ਨੂੰ ਮੈਂ ਇਉਂ ਤੱਕ ਰਹੀ ਸੀ ਜਿਵੇਂ ਸਾਰੇ ਪੱਥਰਾਂ ਉੱਤੇ ਬੈਠੀ ਹੇਠਾਂ ਸੜਕ ਉੱਤੇ ਜਿਵੇਂ ਸਾਰੇ ਮੈਨੂੰ ਦੁਖੀ ਕਰਨ ਦੇ ਜ਼ਿੰਮੇਵਾਰ ਹੋਣ। ਇਹਨਾਂ ਪੱਥਰਾਂ ਉੱਤੇ ਬੈਠ ਮੈਂ ਆਪਣੇ ਦਫ਼ਤਰ ਦੀ ਲਾਲ ਬਿਲਡਿੰਗ ਨੂੰ ਘੂਰਦੀ ਰਹੀ ਜਿੱਥੋਂ ਮੈਂ ਮੂੰਹ ਦੀ ਖਾ ਕੇ ਮੁੜੀ ਸੀ। ਇਹ ਬਿਲਡਿੰਗ ਸਾਡੀਆਂ ਝੌਂਪੜੀਆਂ ਤੋਂ ਸਾਫ਼ ਵਿਖਾਈ ਦਿੰਦੀ ਸੀ। ਮਹੀਨਾ ਭਰ ਮੈਨੂੰ ਕੋਈ ਕੰਮਕਾਰ ਨਾ ਮਿਲਿਆ। ਸਾਡੇ ਘਰ ਨਿੱਤ ਕਲੇਸ਼ ਰਹਿਣ ਲੱਗਿਆ। ਬੱਚਿਆਂ ਦੇ ਮੂੰਹ ਚੋਗਾ ਪਾਉਣ ਲਈ ਆਦਮੀ ਮੂਹਰੇ ਹੱਥ ਅੱਡਦੀ ਤਾਂ ਉਹ ਇੱਕ ਨਾ ਸੁਣਦਾ ਤਾਂ ਜੇ ਉਹ ਕੋਈ ਕੰਮਕਾਰ ਕਰਦਾ। ਹਫ਼ਤੇ ਭਰ 'ਚ ਇੱਕ ਦਿਨ ਕੰਮ ਨੂੰ ਹੱਥ ਲਾਉਣਾ, ਮੁੜ ਫੇਰ ਉਹੀ ਤਾਸ਼ ਦੇ ਪੱਤੇ। ਘਰ 'ਚ ਨਿੱਤ ਕਲੇਸ਼, ਨਿੱਤ ਕੁੱਟ ਕਟਾਪਾ। ਮੈਨੂੰ ਮਾਰ ਪੈਂਦੀ, ਬੱਚੇ ਉੱਚੀ ਉੱਚੀ ਰੋਣ ਲੱਗਦੇ। ਮੰਜੇ ਉੱਤੇ ਮਾਂ ਜੀ ਸੱਸ ਬੇਬਸ ਹੋ ਕੇ ਮੌਤ ਨੂੰ ਆਵਾਜ਼ਾਂ ਮਾਰਦੀ। ਮੈਂ ਮੇਰੇ ਇਸ ਬੁਰੇ ਹਾਲ ਦੇ ਦੋਸ਼ੀ ਆਪਣੇ ਮਾਂ-ਪਿਓ ਨੂੰ ਠਹਿਰਾਉਂਦੀ ਜਿਨ੍ਹਾਂ ਨੇ ਬਿਨਾਂ ਦੇਖਿਆਂ ਭਾਲਿਆਂ ਮੈਨੂੰ ਇੱਥੇ ਫਾਹੇ ਲਾ ਦਿੱਤਾ ਸੀ। ਦਾਣੇ ਦਾਣੇ ਖੁਣੋਂ ਬੱਚੇ ਭੁੱਖੇ ਵਿਲਕਣ ਲੱਗੇ। ਹਾਰ ਕੇ ਮੈਂ ਫਿਰ ਹਿੰਮਤ ਕਰਕੇ ਬ੍ਰਾਈਟਵੇਜ਼ ਵਾਲਿਆਂ ਕੋਲ ਮੰਗਣ ਗਈ। ਮੈਨੂੰ ਦੂਰੋਂ ਹੀ ਆਉਂਦੀ ਨੂੰ ਦੇਖ ਕੇ ਮੈਨੇਜਰ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ, ਬਚਿੰਤ ਤੂੰ ਆਈ ਹੈ ਤਾਂ ਜੀ ਸਦਕੇ, ਪਰ ਹੁਣ ਨੌਕਰੀ ਲਈ ਬਿਲਕੁਲ ਨਹੀਂ ਕਹਿਣਾ। ਇਸ ਗੱਲ ਦਾ ਸਾਰਿਆਂ 'ਤੇ ਬੁਰਾ ਅਸਰ ਹੋਏਗਾ। ਤੂੰ ਅੱਗੇ ਆਪਣੀ ਮਰਜ਼ੀ ਨਾਲ ਇੱਥੋਂ 2 ਵਾਰੀ ਨੌਕਰੀ ਛੱਡੀ ਹੈ, ਹੁਣ ਉਹ ਤੀਜੀ ਵਾਰ ਤੈਨੂੰ ਨੌਕਰੀ ਨਹੀਂ ਦੇਣ ਲੱਗੇ। ਮੈਂ ਛੋਟਾ ਜਿਹਾ ਮੂੰਹ ਲੈ ਕੇ ਉੱਥੋਂ ਬਿਨਾਂ ਕੋਈ ਗੱਲ ਕੀਤਿਆਂ ਘਰ ਨੂੰ ਮੁੜ ਆਈ। ਕਰੋਲ ਬਾਗ ਤੋਂ ਆਰ ਬਲਾਕ ਰਜਿੰਦਰਾ ਨਗਰ ਤੱਕ ਮੈਂ ਪੈਦਲ ਹੀ ਤੁਰਦੀ ਘਰ ਮੁੜ ਕੇ ਆਈ। ਇੱਕ ਤਾਂ ਨਿਰਾਸ਼ਾ, ਉੱਤੋਂ ਥਕਾਵਟ ਨੇ ਮੇਰਾ ਲੱਕ ਤੋੜ ਸੁੱਟਿਆ ਸੀ ਤੇ ਜਦੋਂ ਘਰ ਪਹੁੰਚੀ ਸਾਰੀ ਝੌਂਪੜੀ ਢਹਿ ਢੇਰੀ ਹੋਈ ਪਈ ਸੀ। ਸਾਰਾ ਸਮਾਨ ਬਾਹਰ ਮਿੱਟੀ ਘੱਟੇ ਨਾਲ ਭਰਿਆ ਚਾਰੇ ਪਾਸੇ ਖਿਲਰਿਆ ਪਿਆ ਸੀ। ਬੱਚੇ ਉੱਚੀ ਉੱਚੀ ਰੋ ਰਹੇ ਸਨ। ਇਹ ਕੀ? ਆਸ ਪੜੋਸ ਦੇ ਲੋਕਾਂ ਦੀ ਭੀੜ ਚਾਰੋਂ ਤਰਫ ਜੁੜੀ ਹੋਈ ਸੀ। ਪਹਿਲਾਂ ਮੈਂ ਭੱਜ ਕੇ ਬੱਚਿਆਂ ਨੂੰ ਢਿੱਡ ਨਾਲ ਲਾਇਆ। ਆਲੇ ਦੁਆਲੇ ਜੁੜੀ ਭੀੜ 'ਚੋਂ ਇੱਕ ਤੀਵੀਂ ਨੇ ਦੱਸਿਆ, ਅੱਜ ਸਵੇਰੇ 12 ਵਜੇ ਦੇ ਕਰੀਬ ਕਾਰਪੋਰੇਸ਼ਨ ਵਾਲੇ ਆਏ ਸੀ। ਪਰਲੇ ਪਾਸੇ ਵੀ ਕਈ ਝੌਂਪੜੀਆਂ ਦੀਆਂ ਛੱਤਾਂ ਤੋੜ ਗਏ, ਬੂਹੇ ਭੰਨ ਗਏ। ਜਿਨ੍ਹਾਂ ਨੇ ਚੜਾਵਾ ਚੜਾਇਆ ਉਹ ਬਚ ਗਏ, ਬਾਕੀ ਦਿਆਂ ਦਾ ਬਹੁਤ ਬੁਰਾ ਹਾਲ ਕੀਤਾ ਹੈ ਉਹਨਾਂ ਬੇਦਰਦੀਆਂ ਨੇ। ਮਸਾਂ ਕਹਿ ਕਹਾ ਕੇ ਮਾਂ ਜੀ ਦੇ ਮੰਜੇ ਉਤਲੀ ਸਿਰਕੀ ਉਹਨਾਂ ਨੇ ਛੱਡੀ ਹੈ। ਮੁਸੀਬਤਾਂ ਦਾ ਪਹਾੜ ਕਦੀ ਇਉਂ ਵੀ ਟੁੱਟਦਾ ਹੈ। ਮਾਂ ਜੀ ਦਾ ਮੰਜਾ ਬਿਸਤਰਾ ਮਿੱਟੀ ਨਾਲ ਭਰਿਆ ਪਿਆ ਸੀ। ਪਹਿਲਾਂ ਉਹਨੂੰ ਉੱਥੋਂ ਚੁੱਕ ਮੈਂ ਪੜੋਸੀਆਂ ਦੇ ਵਿਹੜੇ 'ਚ ਉਹਦਾ ਮੰਜਾ ਡਾਹਿਆ, ਫਿਰ ਕਿਵੇਂ ਨਾ ਕਿਵੇਂ ਮੁੜ ਟੁੱਟੀਆਂ ਫੁੱਟੀਆਂ ਸਿਰਕੀਆਂ ਇਕੱਠੀਆਂ ਕਰਕੇ ਸਿਰ ਲੁਕਾਉਣ ਜੋਗੀ ਓਟ ਕੀਤੀ, ਪਰ ਹੁਣ ਤਾਂ ਨਵੀਆਂ ਸਿਰਕੀਆਂ ਨਾਲ ਹੀ ਛੱਤ ਬਣ ਸਕਦੀ ਸੀ। ਉਸ ਰਾਤ ਪੜੋਸੀਆਂ ਨੇ ਬੱਚਿਆਂ ਨੂੰ ਆਪਣੇ ਘਰ ਸੁਲਾਇਆ ਤੇ ਰੋਟੀ ਉਹਨਾਂ ਦੇ ਹੀ ਖਵਾਈ। ਮਾਂ ਜੀ ਨੂੰ ਵੀ ਬੱਚਿਆਂ ਨੂੰ ਵੀ। ਮੈਂ ਅੱਧੀ ਰਾਤ ਤੱਕ ਟੁੱਟੀ ਝੌਂਪੜੀ ਦੇ ਪੱਥਰ ਚਿਣ ਕੰਧਾਂ ਬਣਾਉਂਦੀ ਰਹੀ, ਪਰ ਉਹ ਤਾਂ ਹੁਣ ਮੁੱਢੋਂ ਹੀ ਦੁਬਾਰਾ ਬਣਨ ਜੋਗੀਆਂ ਹੋ ਚੁੱਕੀਆਂ ਸੀ। ਬੱਚੇ ਤੇ ਮਾਂ ਜੀ ਪੜੋਸੀਆਂ ਦੇ ਘਰ ਸੌਂ ਚੁੱਕੇ ਸਨ। ਰਾਤ ਦਾ ਪਹਿਲਾ ਪਹਿਰ ਲੰਘ ਗਿਆ ਸੀ। ਸਰਦਾਰ ਸਾਹਿਬ ਅਜੇ ਤੱਕ ਘਰ ਨਹੀਂ ਸੀ ਬੌੜੇ। 12 ਵਜੇ ਦੇ ਕਰੀਬ ਉਹਨਾਂ ਦੇ ਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਬਹੁਤ ਗੁੱਸਾ ਆਇਆ। ਇਹ ਕੀ? ਉਹਨਾਂ ਨੇ ਮੈਨੂੰ ਪੁੱਛਿਆ। ਦੇਖ ਨਹੀਂ ਰਹੇ ਕੀ ਹੈ? ਕਾਰਪੋਰੇਸ਼ਨ ਵਾਲੇ ਢਾਹ ਗਏ। ਤੂੰ ਕਿੱਥੇ ਗਈ ਸੀ? ਜਾਣਦਿਆਂ ਨੂੰ ਰੋਣ। ਸਾਰਾ ਦਿਨ ਹਰਲ ਹਰਲ ਕਰਦੀ ਫਿਰਦੀ ਐ। ਘਰ ਹੁੰਦੀ ਤਾਂ ਕਾਹਨੂੰ ਤੋੜ ਕੇ ਜਾਂਦੇ ਉਹ ਝੌਂਪੜੀ। ਹਾਂ, ਮੈਨੂੰ ਤਾਂ ਸ਼ੌਕ ਹੈ ਨਾ ਬਾਹਰ ਮੀਲ ਭਰ ਪੈਦਲ ਤੁਰਦਿਆਂ ਫਿਰਨ ਦਾ। ਘਰ ਦਾ ਆਦਮੀ ਹੋਵੇ ਕਾਸੇ ਜੋਗਾ ਤਾਂ ਤੀਵੀਂ ਐਂ ਟੁੱਟ ਕੇ ਨਾ ਮਰੇ, ਨਾ ਬੱਚੇ ਭੁੱਖੇ ਮਰਨ। ਕਿਹੜਾ ਮਰ ਗਿਆ ਭੁੱਖਾ? ਮੈਂ ਤਾਂ ਨਹੀਂ ਦੇਖਿਆ ਕੋਈ ਮਰਿਆ ਪਿਆ ਸਾਲਾ। ਇਹੀ ਹਾਲ ਰਿਹਾ ਤਾਂ ਅੱਛਾ ਭੌਂਕ ਨਾ ਬਹੁਤੀ। ਰੋਟੀ ਪਕਾਈ ਹੈ ਤਾਂ ਦੇ। ਰੋਟੀ ਕਿੱਥੋਂ ਪਕਾਉਣੀ ਸੀ? ਦਿਸਦਾ ਨਹੀਂ ਸਾਰਾ ਸਮਾਨ ਤਾਂ ਮਿੱਟੀ ਨਾਲ ਭਰਿਆ ਪਿਆ। ਬੱਚਿਆਂ ਤੇ ਮਾਂ ਜੀ ਨੂੰ ਪੜੋਸੀਆਂ ਨੇ ਰੋਟੀ ਖਵਾਈ ਹੈ। ਤੁਹਾਨੂੰ ਤਾਂ ਕਾਸੇ ਦਾ ਕੋਈ ਫਿਕਰ ਫਾਕਾ ਹੈ ਨਹੀਂ। ਜਦੋਂ ਜੀਅ ਕਰਦਾ ਘਰ ਆ ਵੜਦੇ ਹੋ, ਜਦੋਂ ਜੀਅ ਕਰਦਾ ਚਲੇ ਜਾਂਦੇ ਹੋ। ਤੂੰ ਇੱਕੋ ਬਥੇਰੀਆਂ ਭੌਂਕਣ ਜੋਗੀ। ਮੈਂ ਤਾਂ ਭੌਂਕਾਂਗੀ ਜਦ ਤੁਹਾਡੇ ਵਰਗੇ ਦੇ ਲੜ ਲੱਗ ਗਈ। ਬਸ ਇਹ ਬੋਲ ਮੇਰੇ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਅਗਲੇ ਨੇ ਮੈਨੂੰ ਗੁੱਤੋਂ ਫੜ ਲਿਆ। ਪਹਿਲਾਂ ਥੱਪੜਾਂ ਨਾਲ ਖੂਬ ਮਾਰਿਆ, ਫਿਰ ਟੁੱਟੀ ਝੌਂਪੜੀ ਦੀਆਂ ਸਿਰਕੀਆਂ ਉੱਤੇ ਸੁੱਟ ਕੇ ਮੈਨੂੰ ਲੱਤਾਂ ਹੀ ਲੱਤਾਂ ਨਾਲ ਇਉਂ ਕੁੱਟਿਆ ਜਿਵੇਂ ਕੋਈ ਕੁੱਕੜੀਆਂ ਭੰਨਦਾ। ਮਾਰ ਕੁੱਟ ਕੇ ਉਹ ਸਾਈਕਲ ਚੁੱਕ ਕੇ ਮੁੜ ਕਿਧਰੇ ਚਲੇ ਗਏ। ਤੜਕਸਾਰ ਮੈਂ ਮੂੰਹ ਧੋਣ ਲਈ ਜਦ ਮੂੰਹ ਉੱਤੇ ਹੱਥ ਫੇਰਿਆ ਤਾਂ ਸਾਰਾ ਮੂੰਹ ਬੁਰੀ ਤਰ੍ਹਾਂ ਝਰੀਟਿਆ ਹੋਇਆ ਸੀ। ਸੱਜੀ ਅੱਖ ਵੀ ਸੁੱਜੀ ਪਈ ਸੀ।
ਪਾਣੀ ਦੀ ਗਾਗਰ ਲੈ ਕੇ ਜਦ ਮੈਂ ਨਲਕੇ ਉੱਤੇ ਪਾਣੀ ਭਰਨ ਗਈ ਤਾਂ ਸਾਰੀਆਂ ਤੀਵੀਆਂ ਮੈਨੂੰ ਮੇਰੀਆਂ ਸੱਟਾਂ ਬਾਰੇ ਪੁੱਛ ਰਹੀਆਂ ਸਨ, ਪਰ ਮੈਂ ਕੀ ਕਹਿੰਦੀ, ਇੱਕੋ ਚੁੱਪ ਵੱਟੀ ਰੱਖੀ। ਆਖਰ ਲੋਕ ਚੁੱਪ ਵੀ ਕਿੱਥੋਂ ਰਹਿਣ ਦਿੰਦੇ ਨੇ। ਅੰਤ ਮੈਂ ਕਿਹਾ, ਰਾਤ ਜਦੋਂ ਮੈਂ ਕੰਧ ਚਿਣ ਰਹੀ ਸੀ, ਹਨੇਰੇ 'ਚ ਪਤਾ ਨਹੀਂ ਲੱਗਿਆ, ਚਿਣੀ ਚਿਣਾਈ ਸਾਰੀ ਕੰਧ ਮੇਰੇ 'ਤੇ ਆ ਪਈ। ਤੂੰ ਵੀ ਤਾਂ ਫਾਹਾ ਲੈਂਦੀ ਐ, ਭਲਾ ਰਾਤ ਸਮੇਂ ਕੀ ਲੋੜ ਸੀ ਪੱਥਰ ਚਿਣਨ ਦੀ, ਧੜਕਾ ਹੋਣ ਦਿੰਦੀ, ਨਾਲ ਲੱਗ ਕੇ ਅਸੀਂ ਕਰਵਾ ਦਿੰਦੀਆਂ ਥੋੜ੍ਹਾ ਬਹੁਤ। ਕੁੱਕੀ ਦੇ ਡੈਡੀ ਨਹੀਂ ਆਏ ਰਾਤ? ਇੱਕ ਤੀਵੀਂ ਨੇ ਮੈਨੂੰ ਭਰੀ ਗਾਗਰ ਚੁਕਾਉਂਦਿਆਂ ਪੁੱਛਿਆ। ਨਹੀਂ, ਉਹ ਤਾਂ ਪਿੰਡ ਗਏ ਨੇ, ਪਰ ਮੈਨੂੰ ਤਾਂ ਐਂ ਬਿੜਕ ਪਈ ਸੀ ਜਿਵੇਂ ਰਾਤ ਜਿਵੇਂ ਉਹ ਘਰੇ ਆਏ ਹੋਣ। ਤੇਰੀ ਰੋਂਦੀ ਦੀ ਆਵਾਜ਼ ਵੀ ਮੇਰੇ ਕੰਨੀ ਪਈ ਸੀ। ਰੋਣਾ ਤਾਂ ਮੈਂ ਹੋਇਆ ਹੀ, ਕਿਸਮਤ ਜੋ ਮਾੜੀ ਹੈ ਮੇਰੀ। ਅੱਗੋਂ ਮੈਂ ਕਿਸੇ ਤੀਵੀਂ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਤੇ ਪਾਣੀ ਦੀ ਗਾਗਰ ਸਿਰ ਉੱਤੇ ਧਰ ਕੇ ਚੁੱਪਚਾਪ ਘਰ ਆ ਗਈ। ਸਵੇਰੇ ਕੇਅਰ ਟੇਕਰ ਧਨੀ ਰਾਮ ਵੀਰ ਸੈਰ ਤੋਂ ਮੁੜਦਾ ਜਦ ਮੇਰੇ ਘਰ ਆਇਆ ਤਾਂ ਉੱਥੇ ਘਰ ਦੀ ਥਾਂ ਪੱਥਰਾਂ ਤੇ ਮਿੱਟੀ ਦਾ ਢੇਰ ਪਿਆ ਸੀ। ਹਰ ਪਾਸੇ ਟੁੱਟੀਆਂ ਭੱਜੀਆਂ ਸਿਰਕੀਆਂ ਦਾ ਕੂੜਾ ਖਿਲ ਰਿਹਾ ਹੋਇਆ ਸੀ। ਇਹ ਕੀ ਬਚਿੰਤ, ਇਹ ਸੱਟਾਂ ਕਿਵੇਂ ਲੱਗੀਆਂ ਇੰਨੀਆਂ? ਸਾਰਾ ਚਿਹਰਾ ਹੀ ਝਰੀਟਿਆ ਗਿਆ, ਸਾਰਾ ਮੂੰਹ ਸੁੱਜਿਆ ਪਿਆ, ਨਾਲੇ ਝੌਂਪੜੀ ਕਿਵੇਂ ਢਹਿ ਗਈ? ਮੈਂ ਮੂੰਹ 'ਤੇ ਚੁੰਨੀ ਕਰਦਿਆਂ ਕਿਹਾ, ਵੀਰ ਜੀ, ਝੌਂਪੜੀ ਕੱਲ੍ਹ ਕਾਰਪੋਰੇਸ਼ਨ ਵਾਲੇ ਢਾਹ ਗਏ। ਪਰ ਹੋਰ ਤਾਂ ਸਭ ਦੀਆਂ ਝੌਂਪੜੀਆਂ ਠੀਕ ਠਾਕ ਨਜ਼ਰ ਆ ਰਹੀਆਂ ਨੇ। ਹਾਂ, ਜਿਨ੍ਹਾਂ ਨੇ ਪੈਸੇ ਚੜ੍ਹਾਤੇ ਉਹਨਾਂ ਦੀਆਂ ਬਚ ਗਈਆਂ। ਤੇ ਮੂੰਹ ਉੱਤੇ ਸੱਟਾਂ ਕਿਵੇਂ ਲੱਗੀਆਂ? ਬਦਕਿਸਮਤੀ ਦੀ ਗੱਲ ਹੈ, ਜਦੋਂ ਮੈਂ ਹਨੇਰੇ 'ਚ ਪੱਥਰਾਂ ਦੀ ਕੰਧ ਚਿਣ ਰਹੀ ਸੀ ਤਾਂ ਇੱਕ ਪੱਥਰ ਕੀ ਖਿਸਕਿਆ ਕਿ ਸਾਰੀ ਕੰਧ ਹੀ ਮੇਰੇ 'ਤੇ ਆ ਪਈ। ਵੀਰ ਜੀ ਕਿੱਥੇ ਨੇ? ਧਨੀ ਰਾਮ ਮੇਰੇ ਪਤੀ ਨੂੰ ਵੀਰ ਜੀ ਬੁਲਾਉਂਦਾ ਸੀ। ਉਹ ਤਾਂ ਪਿੰਡ ਗਏ। ਬਚਿੰਤ, ਰੱਬ ਕੋਈ ਇਮਤਿਹਾਨ ਲੈ ਰਿਹਾ ਤੁਹਾਡਾ। ਬਸ ਵੀਰ ਜੀ, ਮੇਰੇ ਕੋਲ ਹੁਣ ਕਿਸੇ ਇਮਤਿਹਾਨ 'ਚ ਪਾਸ ਹੋਣ ਦੀ ਹਿੰਮਤ ਨਹੀਂ। ਮੈਂ ਟੁੱਟ ਚੁੱਕੀ ਹਾਂ। ਹੁਣ ਰੱਬ ਮੇਰਾ ਹੋਰ ਇਮਤਿਹਾਨ ਨਾ ਲਵੇ। ਇੰਨਾ ਕਹਿੰਦੀਆਂ ਹੀ ਪਰਲ ਪਰਲ ਮੇਰੀਆਂ ਅੱਖਾਂ 'ਚੋਂ ਅੱਥਰੂ ਵਹਿ ਨਿਕਲੇ। ਘਬਰਾਈ ਦਾ ਨਹੀਂ, ਤੂੰ ਤਾਂ ਬੜੀ ਬਹਾਦਰ ਕੁੜੀ ਹੈ। ਦੇਖ, ਮੈਂ ਤੇਰੇ ਲਈ ਇੱਕ ਚੰਗੀ ਖਬਰ ਲੈ ਕੇ ਆਇਆ। ਅੰਬੈਸਡਰ ਹੋਟਲ 'ਚ ਟੈਲੀਫੋਨ ਆਪਰੇਟਰ ਦੀਆਂ 2 ਵੈਕੈਂਸੀਆਂ ਨਿਕਲੀਆਂ। ਇਹ ਹੋਟਲਾਂ ਵਾਲੇ ਬਸ ਇੱਕੋ ਗੱਲ ਦੇਖਦੇ ਆ ਕਿ ਬੰਦਾ ਸਮਾਰਟ ਹੋਵੇ ਅਤੇ ਚੰਗੀ ਅੰਗਰੇਜ਼ੀ ਬੋਲਣ ਜੋਗਾ ਹੋਵੇ। ਤੁਹਾਡੇ ਕੋਲ ਤਾਂ ਪਹਿਲਾਂ ਸਾਡੇ ਦਫ਼ਤਰ ਟੈਲੀਫੋਨ ਆਪਰੇਟਰ ਦੀ ਨੌਕਰੀ ਦਾ ਐਕਸਪੀਰੀਅੰਸ ਵੀ ਹੈ। ਇਹ ਮੈਂ ਐਪਲੀਕੇਸ਼ਨ ਟਾਈਪ ਕਰਵਾ ਕੇ ਨਾਲ ਲੈ ਕੇ ਆਇਆ, ਤੁਸੀਂ ਸਾਈਨ ਕਰ ਦਿਓ। ਉਹਨੇ ਪਹਿਲਾਂ ਹੀ ਟਾਈਪ ਕਰਾ ਕੇ ਲਿਆਂਦੀ ਐਪਲੀਕੇਸ਼ਨ ਉੱਤੇ ਮੇਰੇ ਦਸਖਤ ਕਰਵਾ ਲਏ। ਮੈਂ ਕਿਹਾ, ਮੈਂ ਪੱਪੂ ਦੇ ਹੱਥ ਡਿਸਪੈਂਸਰੀ ਤੋਂ ਦਵਾਈ ਲੈ ਕੇ ਭੇਜਦਾ, ਤੁਹਾਡਾ ਚਿਹਰਾ ਛੇਤੀ ਠੀਕ ਹੋਣਾ ਜ਼ਰੂਰੀ ਹੈ। ਇਹ ਸੱਟਾਂ ਵੀ ਹੁਣੇ ਲੱਗਣੀਆਂ ਸਨ, ਦਵਾਈ ਖਾ ਲੈਣਾ। ਬੱਚੇ ਤੇ ਮਾਂ ਜੀ ਕਿੱਥੇ ਨੇ? ਪੜੋਸਣ ਲੈ ਗਈ ਸੀ ਉਹਨਾਂ ਨੂੰ ਆਪਣੇ ਘਰ। ਅੱਛਾ, ਕੋਈ ਗੱਲ ਨਹੀਂ, ਘਬਰਾਉਣ ਨਾਲ ਕੁਝ ਨਹੀਂ ਹੋਣਾ। ਮੈਂ ਆਪਣੇ ਦਫ਼ਤਰੋਂ 2 ਮਾਲੀ ਭੇਜ ਦਿਆਂਗਾ, ਉਹ ਝੌਂਪੜੀ ਬਣਾਉਣ 'ਚ ਤੁਹਾਡੀ ਮਦਦ ਕਰ ਦੇਣਗੇ, ਪਰ ਸਿਰਕੀਆਂ ਤੇ ਹੁਣ ਨਵੀਆਂ ਲਿਆਉਣੀਆਂ ਹੀ ਪੈਣਗੀਆਂ। ਨਹੀਂ ਵੀਰ ਜੀ, ਅਜੇ ਇਹਨਾਂ ਸਿਰਕੀਆਂ ਤੋਂ ਹੀ ਕੰਮ ਲੈ ਲਾਂਗੇ। ਤੁਸੀਂ ਮਾਲੀ ਨੂੰ ਜ਼ਰੂਰ ਭੇਜ ਦੇਣਾ। ਤੇ ਦੂਜੇ ਦਿਨ ਆਥਣੇ ਜਦੋਂ ਸਰਦਾਰ ਸਾਹਿਬ ਘਰ ਆਏ ਤਾਂ ਝੌਂਪੜੀ ਦੀਆਂ ਕੰਧਾਂ ਖੜੀਆਂ ਹੋ ਚੁੱਕੀਆਂ ਸਨ। ਛੱਤ ਵੀ ਟੁੱਟੀ ਫੁੱਟੀ ਕਿਵੇਂ ਨਾ ਕਿਵੇਂ ਸਿਰ ਲੁਕਾਉਣ ਜੋਗੀ ਤਿਆਰ ਹੋ ਗਈ ਸੀ। ਧੰਨਵਾਦ।